ਛੋਟੇ ਸ਼ਹਿਰਾਂ 'ਚ ਪੱਲੇ ਤੇ ਵੱਡੇ ਹੋਣ ਦਾ ਮਤਲਬ ਸੀਗਾ ਵੱਡੇ ਸ਼ਹਿਰ ਤੋਂ ਡਰ ਲੱਗਣਾ। ਸੈਲਫ ਕੌਨਫੀਡੈਂਸ ਨਹੀਂ ਹੋਣ ਕਰਕੇ ਮੈਨੂੰ ਸਿਰਫ ਵੱਡੇ ਸ਼ਹਿਰਾਂ ਤੋਂ ਹੀ ਨਹੀਂ ਬਹੁਤ ਸਾਰੀ ਚੀਜ਼ਾਂ ਤੋਂ ਡਰ ਲੱਗਦਾ ਸੀ। ਮੇਰੇ ਮਾਪਿਆਂ ਦੀ ਆਦਤ ਸੀ ਮੈਨੂੰ ਤੇ ਮੇਰੇ ਵੱਡੇ ਭਰਾ ਨੂੰ ਕੰਪੇਅਰ ਕਰਨ ਦੀ। ਤੁਸੀਂ ਕਿਸੇ ਦਾ ਕੌਨਫੀਡੈਂਸ ਜੇ ਕੰਮ ਕਰਨਾ ਹੋਵੇ ਉਹਨੂੰ ਕੰਪੇਅਰ ਕਰਨਾ ਸ਼ੁਰੂ ਕਰ ਦਿਓ। ਉਹਨਾਂ ਦੀ ਡੈਫੀਨੇਸ਼ਨ ਜਿਹੜੀ ਸੀਗੀ ਸਕਸੈਸ ਦੀ ਉਹ ਸੀ ਕਿ ਮੈਂ ਸਿਵਲ ਸਰਵਿਸਿਜ਼ ਕਲੀਅਰ ਕਰ ਲਾਂ। ਮੇਰੇ ਅੰਦਰ ਵਿਸ਼ਵਾਸ ਨਹੀਂ ਸੀ ਕਿ ਮੈਂ ਕੁਝ ਕਰ ਸਕਦੀ ਹਾਂ। ਸੋ ਦ ਫਰਸਟ ਥਿੰਗ ਜਿਹੜੀ ਮੈਂ ਆਪਣੀ ਲਾਈਫ 'ਚ ਅਪਲਾਈ ਕੀਤੀ ਸੀ ਉਹ ਸੀ ਕਈ ਵਾਰੀ ਕਿਸੇ ਦੇ ਕਹੇ ਹੋਏ ਅਲਫਾਜ਼ ਸਾਰੀ ਲਾਈਫ 'ਤੇ ਅਸਰ ਪਾਉਂਦੇ ਨੇ। ਕਈ ਵਾਰੀ ਉਹੀ ਅਲਫਾਜ਼ ਕਿਸੇ ਦੀ ਲਾਈਫ ਬਣਾ ਦਿੰਦੇ ਨੇ, ਕਈ ਵਾਰੀ ਉਹੀ ਅਲਫਾਜ਼ ਕਿਸੇ ਦੀ ਲਾਈਫ ਵਿਗਾੜ ਦਿੰਦੇ ਨੇ। ਮੇਰੇ ਫਾਦਰ ਇੱਕ ਬਹੁਤ ਕਾਮਯਾਬ IPS ਆਫਿਸਰ ਸਨ, ਵੱਡੀ ਸ਼ਖਸੀਅਤ ਦੇ ਮਾਲਿਕ ਸਨ ਤੇ ਉਹਨਾਂ ਦਾ ਜਿਹੜਾ ਅਸਰ ਸੀ ਮੇਰੀ ਪਰਸਨੈਲਿਟੀ 'ਤੇ ਉਹ ਸਾਰੀ ਜ਼ਿੰਦਗੀ ਰਿਹਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਣ ਜਾ ਰਹੀ। ਮੈਨੂੰ ਯਾਦ ਹੈ ਮੈਂ 10 ਜਾਂ 11 ਸਾਲਾਂ ਦੀ ਸੀ ਜਦੋਂ ਮੈਂ ਆਪਣੇ ਫਾਦਰ ਨਾਲ ਮਦਰ ਨਾਲ ਆਪਣੇ ਨਾਨਕੇ ਆਈ ਹੋਈ ਸੀ ਦਿੱਲੀ। ਖੇਡਦੇ ਮੇਰੇ ਹੱਥੋਂ ਇੱਕ ਛੋਟਾ ਜਿਹਾ ਟਰਾਂਜ਼ਿਸਟਰ ਡਿੱਗ ਪਿਆ। ਸ਼ਾਇਦ ਉਹ ਟਰਾਂਜ਼ਿਸਟਰ ਮੇਰੇ ਨਾਨਾ ਜੀ ਦਾ ਸੀ ਜਾਂ ਮੇਰੇ ਮਾਮਾ ਜੀ ਦਾ ਸੀ, ਮੈਨੂੰ ਹੁਣ ਯਾਦ ਨਹੀਂ ਹੈ। ਜਦੋਂ ਉਹ ਟਰਾਂਜ਼ਿਸਟਰ ਡਿੱਗ ਪਿਆ ਮੇਰੇ ਫਾਦਰ ਨੂੰ ਲੱਗਿਆ ਕਿ ਮੇਰੇ ਹੱਥਾਂ ਕਿਸੇ ਦਾ ਨੁਕਸਾਨ ਹੋ ਗਿਆ ਹੈ ਤੇ ਉਹਨਾਂ ਦੇ ਗੁੱਸੇ ਦੀ ਇੰਤਹਾ ਨਾ ਰਹੀ। ਉਹਨਾਂ ਦੇ ਕਹੇ ਹੋਏ ਵਰਡਸ ਉਸ ਟਾਈਮ 'ਤੇ ਮੇਰੀ ਸਾਰੀ ਜ਼ਿੰਦਗੀ 'ਤੇ ਅਸਰ ਪਾਉਂਦੇ ਰਹੇ ਕਾਲੀ ਸਿਆਹੀ ਵਕਨ। ਉਹ ਵਰਡਸ ਇੰਨੇ ਕਰੂਰ ਸੀਗੇ, ਇੰਨੇ ਕਰੂਅਲ ਸੀਗੇ ਕਿ ਮੇਰੀ ਸੈਲਫ ਅਸਟੀਮ, ਮੇਰੀ ਸੈਲਫ ਕੌਨਫੀਡੈਂਸ ਨੂੰ ਉਹਨਾਂ ਨੇ ਹਿਲਾ ਕੇ ਰੱਖ ਦਿੱਤਾ ਕਿ ਮੈਂ ਉਸ ਟਾਈਮ ਸਿਰਫ 10 ਜਾਂ 11 ਸਾਲਾਂ ਦੀ ਸੀ। ਉਹ ਮੈਨੂੰ ਕਹਿ ਰਹੇ ਸਨ, ਬਾਰ-ਬਾਰ ਉਹਨਾਂ ਨੇ ਕਿਹਾ ਤੂੰ ਲਾਈਫ 'ਚ ਇੱਕ ਬਹੁਤ ਵੱਡਾ ਫੇਲੀਅਰ ਹੈ, ਤੂੰ ਕੁਛ ਨਹੀਂ ਕਰ ਸਕਦੀ, ਤੂੰ ਕੁਛ ਨਹੀਂ ਬਣ ਸਕਦੀ, ਤੇਰੇ ਕੋਲੋਂ ਕੁਛ ਨਹੀਂ ਹੋਏਗਾ। ਦੋਸਤੋ, ਮੇਰਾ ਨਾਮ ਗੀਤਾਂਜਲੀ ਪੰਡਿਤ ਹੈ। ਮੈਂ ਇੱਕ ਬਹੁਤ ਕਾਮਯਾਬ ਆਥਰ ਹਾਂ ਔਰ ਇੰਡੀਆ ਦੇ ਟੌਪ HR ਐਕਸਪਰਟਸ ਦੀ ਲਿਸਟ ਵਿੱਚ ਮੇਰਾ ਨਾਮ ਆਉਂਦਾ ਹੈ। ਮੈਂ ਛੋਟੇ ਸ਼ਹਿਰਾਂ 'ਚ ਪੱਲੀ ਤੇ ਵੱਡੀ ਹੋਈ, ਸ੍ਰੀਨਗਰ, ਜਲੰਧਰ, ਚੰਡੀਗੜ੍ਹ। ਸ਼ਾਇਦ ਅੱਜ ਇਹ ਵੱਡੇ ਸ਼ਹਿਰ ਹੋਣਗੇ, ਮੈਂ ਗੱਲ ਕਰ ਰਹੀ ਹਾਂ 70s ਦੀ। ਛੋਟੇ ਸ਼ਹਿਰਾਂ 'ਚ ਪੱਲੇ ਤੇ ਵੱਡੇ ਹੋਣ ਦਾ ਮਤਲਬ ਸੀਗਾ ਵੱਡੇ ਸ਼ਹਿਰ ਤੋਂ ਡਰ ਲੱਗਣਾ। ਕੌਨਫੀਡੈਂਸ ਨਹੀਂ ਸੀ। ਕੌਨਫੀਡੈਂਸ ਹੋ ਵੀ ਕਿਸ ਤਰ੍ਹਾਂ ਸਕਦਾ ਸੀ? ਇੰਝ ਜਾਪਦਾ ਸੀ ਜਿਵੇਂ ਮੈਂ ਆਪਣੀ ਲਾਈਫ ਦੀ ਰਿਸਪੌਂਸਿਬਿਲਿਟੀ ਆਊਟਸੋਰਸਡ ਕਰਤੀ ਹੈ। ਮਾਪਿਆਂ ਨੂੰ ਆਊਟਸੋਰਸ ਕਰਤੀ, ਸਰਕਮਸਟੈਂਸਿਸ ਨੂੰ ਆਊਟਸੋਰਸ ਕਰਤੀ, ਹੋਰ ਲੋਕਾਂ ਨੂੰ ਆਊਟਸੋਰਸ ਕਰਤੀ। ਕਈ ਆਊਟਕਮਸ ਮੇਰੇ ਹੱਥ 'ਚ ਹੀ ਨਹੀਂ ਸੀ, ਮੈਨੂੰ ਲੱਗਦਾ ਸੀ। ਅੰਦਰੋਂ ਮੈਂ ਸੈਲਫ ਕੌਨਫੀਡੈਂਸ ਨਹੀਂ ਹੋਣ ਕਰਕੇ ਮੈਨੂੰ ਸਿਰਫ ਵੱਡੇ ਸ਼ਹਿਰਾਂ ਤੋਂ ਹੀ ਨਹੀਂ ਬਹੁਤ ਸਾਰੀ ਚੀਜ਼ਾਂ ਤੋਂ ਡਰ ਲੱਗਦਾ ਸੀ। ਮੇਰੇ ਮਾਪਿਆਂ ਦੀ ਆਦਤ ਸੀ ਮੈਨੂੰ ਤੇ ਮੇਰੇ ਵੱਡੇ ਭਰਾ ਨੂੰ ਕੰਪੇਅਰ ਕਰਨ ਦੀ, ਇੱਕ ਦੂਜੇ ਨਾਲ, ਦੂਜੇ ਬੱਚਿਆਂ ਦੇ ਨਾਲ, ਦੂਜਿਆਂ ਦੇ ਨਾਲ। ਤੁਸੀਂ ਕਿਸੇ ਦਾ ਕੌਨਫੀਡੈਂਸ ਜੇ ਕੰਮ ਕਰਨਾ ਹੋਵੇ ਉਹਨੂੰ ਕੰਪੇਅਰ ਕਰਨਾ ਸ਼ੁਰੂ ਕਰ ਦਿਓ ਕਿਸੇ ਹੋਰ ਦੇ ਨਾਲ, ਫਿਰ ਦੇਖੋ ਕੌਨਫੀਡੈਂਸ ਕਿੰਨੀ ਥੱਲੇ ਜਾਂਦਾ ਉਹਦਾ। ਵੱਡੇ ਹੁੰਦੇ ਹੋਏ ਮੇਰੇ ਫਾਦਰ ਨੇ ਇੱਕ ਗੋਲ ਮੇਰੇ ਵਾਸਤੇ ਸੈੱਟ ਕੀਤਾ ਸੀ। ਉਹਨਾਂ ਦੀ ਡੈਫੀਨੇਸ਼ਨ ਜਿਹੜੀ ਸੀਗੀ ਸਕਸੈਸ ਦੀ ਉਹ ਸੀ ਕਿ ਮੈਂ ਸਿਵਲ ਸਰਵਿਸਿਜ਼ ਕਲੀਅਰ ਕਰ ਲਾਂ। ਮੈਂ ਸਿਵਲ ਸਰਵਿਸਿਜ਼ ਐਸਪੀਰੈਂਟ ਸੀਗੀ। ਤੁਹਾਨੂੰ ਪਤਾ ਹੋਏਗਾ, ਤੁਸੀਂ ਜਾਣਦੇ ਵੀ ਹੋਗੇ ਕਿ ਪ੍ਰੈਸ਼ਰ ਤੇ ਪਰਫਾਰਮੈਂਸ ਦਾ ਪੁੱਠਾ ਰਿਲੇਸ਼ਨਸ਼ਿਪ ਹੁੰਦਾ ਹੈ। ਇਹਨੂੰ ਕਹਿੰਦੇ ਨੇ ਇਨਵਰਸਲੀ ਪ੍ਰੋਪੋਰਸ਼ਨੇਟ ਰਿਲੇਸ਼ਨਸ਼ਿਪ। ਤੇ ਜਿਹੜਾ ਪੁੱਠਾ ਰਿਲੇਸ਼ਨਸ਼ਿਪ ਸੀਗਾ ਮੇਰਾ ਤੇ ਮੇਰੀ ਪੜ੍ਹਾਈ ਦਾ, ਤੁਸੀਂ ਸੋਚ ਹੀ ਸਕਦੇ ਹੋ ਕਿ ਮੇਰਾ ਰਿਜ਼ਲਟ ਕੀ ਰਿਹਾ ਹੋਏਗਾ ਉਸ ਟਾਈਮ 'ਚ ਜਦੋਂ ਮੈਨੂੰ ਕੌਨਫੀਡੈਂਸ ਨਹੀਂ ਸੀ, ਸੈਲਫ ਅਸਟੀਮ ਨਹੀਂ ਸੀ, ਸੈਲਫ ਬਿਲੀਫ ਨਹੀਂ ਸੀ ਕਿ ਮੈਂ ਕੁਝ ਕਰ ਸਕਦੀ ਹਾਂ। ਯੈਸ ਫਰੈਂਡਸ, ਤੁਸੀਂ ਬਿਲਕੁਲ ਰਾਈਟ ਹੋ। ਤੁਸੀਂ ਜਿਹੜਾ ਸੋਚਿਆ ਬਿਲਕੁਲ ਸਹੀ ਸੋਚਿਆ ਹੈ। ਮੈਂ ਸਿਵਲ ਸਰਵਿਸਿਜ਼ ਕਲੀਅਰ ਨਹੀਂ ਕਰ ਸਕੀ। ਇੱਕ ਵਾਰੀ ਫੇਲ ਹੋ ਗਈ, ਫਿਰ ਦੂਜੀ ਵਾਰੀ ਫਿਰ ਫੇਲ ਹੋ ਗਈ। ਮੇਰੀ ਰਿਲੇਸ਼ਨਸ਼ਿਪ ਮੇਰੇ ਫਾਦਰ ਨਾਲ ਇੰਨੀ ਡੈਟੋਰੇਟ ਕਰ ਚੁੱਕੀ ਸੀ ਤੇ ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਮੈਂ ਕੀ ਕਰਾਂ ਇਸ ਰਿਲੇਸ਼ਨਸ਼ਿਪ ਨੂੰ ਠੀਕ ਕਰਨ ਵਾਸਤੇ। ਇੱਕ ਫੀਲਿੰਗ ਆਫ ਹੈਲਪਲੈਸਨੈਸ ਐਂਡ ਫਿਊਚਰ ਨੂੰ ਲੈ ਕੇ ਹੋਪਲੈਸਨੈਸ ਸ਼ੁਰੂ ਹੋ ਗਈ ਸੀ। ਕਈ ਵਾਰੀ ਲੱਗਦਾ ਸੀ ਜਿਵੇਂ ਲਾਈਫ ਖਤਮ ਵੀ ਹੋ ਜਾਏ ਤੇ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ। ਇਸ ਦੁਨੀਆ ਵਿੱਚ ਹਰ ਸਾਲ 8 ਲੱਖ ਲੋਕੀ ਸੁਸਾਈਡ ਕਮਿਟ ਕਰਦੇ ਨੇ। ਇੰਡੀਆ ਸਭ ਤੋਂ ਅੱਗੇ ਹੈ ਇਸ ਗਿਣਤੀ ਵਿੱਚ। ਇੰਡੀਆ 'ਚ 1.5 ਲੱਖ ਤੋਂ ਲੈ ਕੇ 1.25 ਲੱਖ ਲੋਕ ਸੁਸਾਈਡ ਕਮਿਟ ਕਰਦੇ ਨੇ। 15 ਤੋਂ 29 ਸਾਲ ਦੀ ਉਮਰ ਜਿਹੜੀ ਹੈਗੀ ਹੈ ਉਹ ਸਭ ਤੋਂ ਜ਼ਿਆਦਾ ਲੋਕ ਸੁਸਾਈਡ ਕਮਿਟ ਕਰਦੇ ਨੇ।
ਪਹਿਲੀ ਵਾਰਾ ਸਮਝ ਆਉਣਾ ਸ਼ੁਰੂ ਹੋਇਆ ਕਿ ਇੰਨੀ ਹੋਪਲੈਸਨੈਸ ਹੋ ਸਕਦੀ ਹੈ ਕਿਸੇ ਦੀ ਲਾਈਫ ਵਿੱਚ ਕਿ ਸੁਸਾਈਡ ਸਿਰਫ ਇੱਕ ਆਪਸ਼ਨ ਰਹਿ ਜਾਂਦਾ ਹੈ। ਇੱਕ ਫੀਲਿੰਗ ਆਫ ਹੈਲਪਲੈਸਨੈਸ ਹੁੰਦੀ ਹੈ ਜਿਹੜੀ ਬੰਦੇ ਨੂੰ ਸੁਸਾਈਡ ਦੇ ਕੋਲ ਲੈ ਕੇ ਜਾ ਸਕਦੀ ਹੈ। ਪਰ ਜਿਵੇਂ ਹਰ ਕਹਾਣੀ 'ਚ, ਹਰ ਚੰਗੀ ਕਹਾਣੀ 'ਚ ਇੱਕ ਟਵਿਸਟ ਆਉਂਦਾ ਹੈ, ਇੱਕ ਮੋੜ ਆਉਂਦਾ ਹੈ, ਮੇਰੀ ਕਹਾਣੀ 'ਚ ਵੀ ਇੱਕ ਟਵਿਸਟ ਆਇਆ, ਇੱਕ ਮੋੜ ਆਇਆ। ਇਸ ਤੋਂ ਪਹਿਲਾਂ ਕਿ ਮੈਂ ਕੋਈ ਇਹ ਬੇਵਕੂਫੀ ਦਾ ਕੰਮ ਕਰਦੀ, ਪਤਾ ਨਹੀਂ ਕਿਧਰੋਂ ਮੇਰੇ ਅੰਦਰ ਇੱਕ ਆਵਾਜ਼ ਉੱਠੀ ਕਿ ਯਾਰ ਮੈਂ ਵੀ ਤਾਂ ਕੁਛ ਕਰ ਸਕਦੀ ਹਾਂ ਆਪਣੇ ਆਪ। ਸਾਰੇ ਮੀਲ ਪੱਥਰ ਜੇ ਮੇਰੇ ਫਾਦਰ ਨੇ ਡਿਸਾਈਡ ਕਰਨੇ ਨੇ, ਜੇ ਹੋਰ ਲੋਕਾਂ ਨੇ ਡਿਸਾਈਡ ਕਰਨੇ ਨੇ ਮੇਰੇ ਵਾਸਤੇ, ਤੇ ਮੈਂ ਕੀ ਕਰਨਾ ਹੈ। ਫਸਟ ਟਾਈਮ ਇਹ ਕੋਈ ਇੰਡੀਪੈਂਡੈਂਟ ਥਾਟ ਆਈ ਕਿ ਇਹ ਸਿਵਲ ਸਰਵਿਸਿਜ਼ ਦਾ ਜਿਹੜਾ ਚੱਕਰ ਹੈ ਇਹਦੇ 'ਚ ਕੁਝ ਹੋਣਾ ਨਹੀਂ ਮੇਰਾ, ਤੇ ਲਾਈਫ ਸਾਰੀ ਖਤਮ ਹੋ ਜਾਣੀ ਹੈ, ਅੱਗੇ ਕੀ ਕਰਾਂਗੀ ਮੈਂ। 15 ਜਾਂ 16 ਸਾਲਾਂ ਦੀ ਸੀ ਜਦੋਂ ਮੈਂ ਅਖਬਾਰ ਪੜ੍ਹਨੇ, ਕਈ ਸਾਰੇ ਅਖਬਾਰ ਪੜ੍ਹਨੇ ਸ਼ੁਰੂ ਕੀਤੇ ਸੀ ਐਜ਼ ਪ੍ਰੀਪਰੇਸ਼ਨ ਫॉर ਸਿਵਲ ਸਰਵਿਸਿਜ਼, ਕਿਉਂਕਿ ਸਿਵਲ ਸਰਵਿਸਿਜ਼ ਵਿੱਚ ਇੱਕ ਜਨਰਲ ਨੌਲੇਜ ਦਾ ਵੀ ਪੇਪਰ ਹੁੰਦਾ ਹੈ ਅਤੇ ਜਨਰਲ ਨੌਲੇਜ ਦੀ ਲੋੜ ਪੈਂਦੀ ਹੈ, ਅਤੇ ਮੈਨੂੰ ਮੇਰੇ ਫਾਦਰ ਨੇ ਆਦਤ ਪਾਈ ਸੀ ਅਖਬਾਰ ਪੜ੍ਹਨ ਦੀ। ਪਹਿਲੀ ਵਾਰੀ 24 ਸਾਲ ਦੀ ਉਮਰ ਵਿੱਚ ਮੈਂ ਅਖਬਾਰ ਪੜ੍ਹਨੇ ਸ਼ੁਰੂ ਕੀਤੇ ਓਪਰਚੁਨਿਟੀਜ਼ ਲੱਭਣ ਵਾਸਤੇ, ਓਪਰਚੁਨਿਟੀਜ਼ ਦੇਖਣ ਵਾਸਤੇ। ਅਤੇ ਸਭ ਤੋਂ ਪਹਿਲਾਂ ਓਪਰਚੁਨਿਟੀ ਕੁਛ ਹੀ ਹਫ਼ਤਿਆਂ ਬਾਅਦ ਜਿਹੜੀ ਮੈਨੂੰ ਦਿਖੀ ਉਹ ਸੀ XLRI ਦੇ ਐਂਟਰੈਂਸ ਐਗਜ਼ਾਮ ਦੀ। ਪਹਿਲੀ ਵਾਰ ਮੈਨੂੰ ਸਮਝ ਆਇਆ ਕਿ ਕੁਝ ਹੋਰ ਵੀ ਹੋ ਸਕਦਾ ਹੈ ਸਿਵਲ ਸਰਵਿਸਿਜ਼ ਨੂੰ ਛੱਡ ਕੇ। XLRI ਇੰਡੀਆ ਦੇ ਟੌਪ ਮੈਨੇਜਮੈਂਟ ਇੰਸਟੀਚਿਊਟਸ ਗਿਣਿਆ ਜਾਂਦਾ ਹੈ ਐਂਡ ਹਿਊਮਨ ਰਿਸੋਰਸਿਸ ਸਟੱਡੀਜ਼ ਵਾਸਤੇ ਸਭ ਤੋਂ ਅੱਗੇ ਮੰਨਿਆ ਜਾਂਦਾ ਹੈ। ਮੈਂ ਫਸਟ ਟਾਈਮ ਰਿਅਲਾਈਜ਼ ਕੀਤਾ, ਜਿਹੜੀ ਇੱਕ ਮੈਨੂੰ ਸਿੱਖ ਮਿਲੀ ਉਸ ਟਾਈਮ, ਕਿ ਅਸੀਂ ਜਿਹੜਾ ਕੁਝ ਵੀ ਕਰਨੇ ਆ, ਅਸੀਂ ਜਿੰਨੀ ਮਿਹਨਤ ਕਰਨੇ ਆ, ਜਿੰਨਾ ਐਫਰਟ ਕਰਨੇ ਆ, ਉਹ ਲਾਈਫ 'ਚ ਕਦੇ ਵੇਸਟ ਨਹੀਂ ਹੁੰਦਾ। ਉਹ ਲਾਈਫ 'ਚ ਸਟੋਰ ਹੋ ਜਾਂਦਾ ਹੈ ਅਤੇ ਕਦੇ ਨਾ ਕਦੇ ਸਾਡੇ ਕੰਮ ਜ਼ਰੂਰ ਆਉਂਦਾ ਹੈ। ਅਤੇ ਜਿਹੜੀ ਮੈਂ ਮਿਹਨਤ ਕੀਤੀ ਸੀ ਇੰਨੇ ਸਾਲ ਲਾ ਕੇ ਸਿਵਲ ਸਰਵਿਸਿਜ਼ ਨੂੰ ਕਲੀਅਰ ਕਰਨ ਵਾਸਤੇ ਜਿਹੜੀ ਪੜ੍ਹਾਈ ਕੀਤੀ ਸੀ, ਉਹ ਮੇਰੇ ਕੰਮ ਆ ਗਈ ਅਤੇ ਮੈਂ XLRI ਦਾ ਐਂਟਰੈਂਸ ਐਗਜ਼ਾਮ ਕਲੀਅਰ ਕਰ ਲਿੱਤਾ ਅਤੇ ਮੈਨੂੰ MBA ਵਿੱਚ ਦਾਖਲਾ ਮਿਲ ਗਿਆ। XLRI ਤਾਂ ਮੈਂ ਪਹੁੰਚ ਗਈ, ਲੇਕਿਨ ਜਿਹੜੀ ਗਲਤ ਚੀਜ਼ਾਂ ਸੀਗੀਆਂ, ਗਲਤ ਬਿਲੀਫ ਸੀਗੇ, ਨੈਗੇਟਿਵ ਬਿਲੀਫ ਸੀਗੇ ਮੇਰੇ ਅੰਦਰ, ਉਹ ਮੈਨੂੰ ਪਿੱਛੇ ਦੀ ਔਰ ਲੈ ਕੇ ਜਾ ਰਹੇ ਸੀ। ਮੈਨੂੰ ਅੱਗੇ ਵਧਣ ਨਹੀਂ ਦੇ ਰਹੇ ਸੀ। ਮੈਂ ਲਾਈਫ ਦੀ ਰਿਸਪੋਂਸਿਬਿਲਿਟੀ ਸਮਝਣੀ ਹੀ ਸ਼ੁਰੂ ਕੀਤੀ ਸੀ, ਪਰ ਪੂਰੀ ਤਰ੍ਹਾਂ ਸਮਝੀ ਨਹੀਂ ਸੀ। ਅਤੇ ਮੈਂ ਪੜ੍ਹਾਈ 'ਤੇ ਧਿਆਨ ਨਹੀਂ ਦਿੱਤਾ। ਮੈਂ ਪੂਰੇ 2 ਸਾਲ ਡਿਸਟਰੈਕਟਿਡ ਰਹੀ, ਇਮੋਸ਼ਨਲੀ ਡਿਸਟਰਬਡ ਰਹੀ। ਮੈਂ ਕੋਈ ਜ਼ਰੂਰਤ ਨਹੀਂ ਸਮਝੀ ਕਿ ਮੈਂ ਜਿੱਥੇ ਉੱਥੇ ਪੜ੍ਹਨ ਵਾਸਤੇ ਗਈ ਹਾਂ, ਮੈਨੂੰ ਪੜ੍ਹਾਈ 'ਤੇ ਧਿਆਨ ਦੇਣਾ ਚਾਹੀਦਾ ਹੈ। ਮੈਂ ਉਹਦੀ ਕੋਈ ਇੰਪੋਰਟੈਂਸ ਨਹੀਂ ਦਿੱਤੀ, ਕੋਈ ਪ੍ਰਾਇਓਰਿਟੀ ਨਹੀਂ ਸੀ, ਅਤੇ ਮੈਂ 2 ਸਾਲ ਵੇਸਟ ਕਰ ਦਿੱਤੇ। ਹੁਣ ਆਇਆ ਫਾਈਨਲ ਪਲੇਸਮੈਂਟ ਦਾ ਟਾਈਮ, ਅਤੇ ਫਿਰ ਤੁਸੀਂ ਪੁੱਛੋਗੇ ਕਿ ਕੀ ਹੋਇਆ ਜੀ ਤੁਹਾਡੇ ਫਾਈਨਲ ਪਲੇਸਮੈਂਟ ਦਾ, ਕੀ ਹੋਣਾ ਸੀ। ਫਸਟ ਡੇ ਅਤੇ ਸੈਕਿੰਡ ਡੇ, ਪਹਿਲੇ 2 ਦਿਨ ਜਿਹੜੇ ਸੀਗੇ ਮੈਨੂੰ ਕੋਈ ਨੌਕਰੀ ਨਹੀਂ ਮਿਲੀ ਕੈਂਪਸ 'ਤੇ, ਅਤੇ ਦੂਜੀ ਸ਼ਾਮ ਨੂੰ ਮੈਂ ਕੈਂਪਸ ਹੀ ਛੱਡ ਦਿੱਤਾ। ਮੇਰੇ ਕੋਲੋਂ ਡਿਸਅਪੋਇੰਟਮੈਂਟ ਹੈਂਡਲ ਨਹੀਂ ਹੋਈ। ਫਿਰ ਲੱਗਿਆ ਕਿ ਜਿਹੜੇ ਮੇਰੇ ਫਾਦਰ ਦੇ ਵਰਡਸ ਸੀਗੇ ਕਿ ਮੈਂ ਕੁਛ ਨਹੀਂ ਕਰ ਸਕਦੀ, ਕੁਛ ਨਹੀਂ ਬਣ ਸਕਦੀ ਲਾਈਫ ਵਿੱਚ, ਉਹ ਸਿਰਫ ਵਰਡਸ ਹੀ ਨਹੀਂ ਸੀ, ਮੇਰੀ ਇੱਕ ਆਕਾਸ਼ਵਾਣੀ ਸੀਗੇ ਮੇਰੇ ਵਾਸਤੇ, ਲਾਈਕ ਅ ਪ੍ਰੈਡਿਕਸ਼ਨ ਕਿ ਮੈਂ ਕੁਛ ਨਹੀਂ ਕਰ ਸਕਦੀ, ਮੈਂ ਕੁਛ ਨਹੀਂ ਬਣ ਸਕਦੀ। ਦੋਸਤੋ, ਮੈਂ ਫਸਟ ਟਾਈਮ ਐਨਾਲਿਸਿਸ ਕਰਨਾ ਸ਼ੁਰੂ ਕੀਤਾ ਤਾਂ ਮੈਨੂੰ ਇਹ ਗੱਲ ਸਮਝ ਆਉਣੀ ਸ਼ੁਰੂ ਹੋ ਗਈ ਕਿ ਮੈਂ ਅੱਜ ਤੱਕ ਕੋਈ ਡਿਸੀਜਨ ਆਪਣਾ ਨਹੀਂ ਲਿੱਤਾ। ਮੈਂ ਲਾਈਫ ਦੀ ਰਿਸਪੋਂਸਿਬਿਲਿਟੀ ਨਹੀਂ ਸਮਝੀ। ਮੈਂ ਹਰ ਚੀਜ਼ ਨੂੰ ਬੜੀ ਇਰਰਿਸਪੋਂਸਿਬਿਲੀ ਲਿੱਤਾ, ਕਿਉਂਕਿ ਮੇਰੇ ਅੰਦਰ ਵਿਸ਼ਵਾਸ ਨਹੀਂ ਸੀ ਕਿ ਮੈਂ ਕੁਝ ਕਰ ਸਕਦੀ ਹਾਂ। ਉਹ ਜਿਹੜੀ ਮੈਂ ਗੱਲ ਕੀਤੀ ਸੀ ਸੈਲਫ ਬਿਲੀਫ ਦੀ, ਮੇਰੇ ਅੰਦਰ ਸੈਲਫ ਬਿਲੀਫ ਹੀ ਨਹੀਂ ਸੀਗਾ ਕਿ ਮੈਂ ਕਿਸੇ ਲਾਇਕ ਹਾਂ। ਮੈਂ ਫਿਰ ਆਪਣੀ ਜ਼ਿੰਦਗੀ ਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਜਿਵੇਂ ਲਾਈਫ 'ਚ ਕਈ ਚੀਜ਼ਾਂ ਚੰਗੀਆਂ ਹੁੰਦੀਆਂ ਨੇ, ਕਈ ਚੀਜ਼ਾਂ ਮਾੜੀਆਂ ਹੁੰਦੀਆਂ ਨੇ, ਇਹ ਫਿਰ ਟਵਿਸਟ ਆਇਆ। ਮੇਰੀ ਮਦਰ, ਮੇਰੀ ਬਿਲਵਡ ਮਦਰ ਨੂੰ ਕੈਂਸਰ ਡਾਇਗਨੋਜ਼ ਹੋ ਗਿਆ। ਸ਼ੀ ਹੈਡ ਪੈਨਕ੍ਰੀਏਟਿਕ ਕੈਂਸਰ, ਜਿਹਨੂੰ ਵਰਲਡ ਦੇ ਸਭ ਤੋਂ ਡੈਡਲੀਐਸਟ ਕੈਂਸਰ ਤੋਂ ਮੰਨਿਆ ਜਾਂਦਾ ਹੈ, ਅਤੇ ਡਾਇਗਨੋਸਿਸ ਦੇ 15 ਮਹੀਨੇ ਬਾਅਦ ਉਹਨਾਂ ਦੀ ਡੈਥ ਹੋ ਗਈ। ਮੈਂ ਸਭ ਕੁਝ ਛੱਡ ਕੇ ਉਹ ਜਿਹੜੇ ਮਹੀਨੇ ਸੀ ਮੈਂ ਉਹਨਾਂ ਦੀ ਤਿਮਾਰਦਾਰੀ ਕਰ ਰਹੀ ਸੀ। ਆਈ ਵਾਜ਼ ਲੁਕਿੰਗ ਆਫਟਰ ਹਰ। ਪਰ ਜਦੋਂ ਮੇਰੀ ਮਾਂ ਦੀ ਡੈਥ ਹੋ ਗਈ ਕਿ ਮੈਂ ਬਿਲਕੁਲ ਆਸ਼ਾਹੀਨ ਹੋ ਗਈ, ਬਿਲਕੁਲ ਹੋਪਲੈਸ ਹੋ ਗਈ ਕਿ ਮੇਰਾ ਕੁਝ ਨਹੀਂ ਹੋ ਸਕਦਾ, ਜਿਹਦੇ ਕਰਕੇ ਸਾਡੀ ਫੈਮਿਲੀ ਬਿਲਕੁਲ ਖੋਖਲੀ ਹੋ ਗਈ ਸੀ। ਸਾਡੇ ਕੋਲ ਕੁਝ ਵੀ ਨਹੀਂ ਸੀ ਅਤੇ ਲੱਗਦਾ ਸੀ ਕਿ ਕੀ ਕਰਾਂਗੀ ਮੈਂ। ਪਰ ਮੈਨੂੰ ਸਮਝ ਆ ਗਿਆ, ਫੈਮਿਲੀ ਵੀ ਮੇਰੀ ਹੈ, ਸਰਕਮਸਟੈਂਸਿਸ ਵੀ ਮੇਰੇ ਨੇ, ਲਾਈਫ ਵੀ ਮੇਰੀ ਹੈ। ਸਿਰਫ ਮੈਂ ਹੀ ਇਹਨੂੰ ਵਿਗਾੜ ਸਕਦੀ ਹਾਂ ਜਾਂ ਸੰਵਾਰ ਸਕਦੀ ਹਾਂ।
ਪਹਿਲਾ ਕਦਮ ਲਿੱਤਾ ਪੂਰੀ ਰਿਸਪੌਂਸਿਬਿਲਿਟੀ ਲੈਣ ਦਾ, ਆਪਣੇ ਫਾਦਰ ਦੀ ਆਪਣੀ ਜ਼ਿੰਦਗੀ ਸੰਵਾਰਨ ਦਾ। ਮੈਂ ਸਮਝ ਗਈ ਸੀ ਕਿ ਚੋਇਸ ਕੋਈ ਨਹੀਂ ਹੈ ਮੇਰੇ ਕੋਲ, ਜਾਂ ਤਾਂ ਮੈਂ ਆਪਣੀ ਪੁਰਾਣੀ ਆਦਤਾਂ ਦੇ ਪਿੰਜਰੇ ਵਿੱਚ ਬੰਦ ਰਵਾਂਗੀ ਜਾਂ ਮੈਂ ਸਰਕਮਸਟੈਂਸਿਸ ਨਾਲ ਲੜ ਸਕਦੀ ਹਾਂ, ਅੱਗੇ ਵੱਧ ਸਕਦੀ ਹਾਂ। ਮੈਂ ਸਰਕਮਸਟੈਂਸਿਸ ਨਾਲ ਲੜੀ ਔਰ ਮੈਂ ਅੱਗੇ ਵਧਣਾ ਸ਼ੁਰੂ ਕੀਤਾ, ਬਾਵਜੂਦ ਇਹਦੇ ਕਿ ਮੈਂ 5 ਸਾਲ ਖੋ ਚੁੱਕੀ ਸੀ ਪੋਸਟ MBA ਇੰਨੀਆਂ ਸਾਰੀਆਂ ਗੱਲਾਂ ਵਿੱਚ। ਹੌਲੀ ਹੌਲੀ ਸਲੋਲੀ ਸਟੈਪ ਬਾਏ ਸਟੈਪ ਮੈਂ ਸਾਰੇ ਕਦਮ ਲਿੱਤੇ, ਆਪਣੀ ਰਿਸਪੌਂਸਿਬਿਲਿਟੀ ਆਪਣੀ ਲਾਈਫ ਦੀ ਲਿੱਤੀ, ਮਿਹਨਤ ਕਰਨੀ ਸ਼ੁਰੂ ਕੀਤੀ ਔਰ ਆਪਣੀ ਲਾਈਫ ਦੇ ਟੁਕੜੇ ਫਿਰ ਤੋਂ ਜੋੜਨੇ ਸ਼ੁਰੂ ਕੀਤੇ। ਕੁਛ ਹੀ ਟਾਈਮ ਲੱਗਿਆ ਸੀ ਕਿ ਮੈਂ ਦ ਟੌਪ HR ਵੌਇਸਿਸ ਦੀ ਲਿਸਟ ਵਿੱਚ ਸ਼ੁਮਾਰ ਹੋ ਗਈ ਔਰ ਮੈਨੂੰ ਇੱਕ ਨया ਕੌਨਫੀਡੈਂਸ ਮਿਲਿਆ। ਮੇਰੀ ਲੇਟੈਸਟ ਬੁੱਕ ਜਿਹੜੀ ਹੈਗੀ ਹੈ ਅੱਜ ਇੰਡੀਆ 'ਚ ਹੀ ਨਹੀਂ ਪੂਰੀ ਦੁਨੀਆ ਭਰ 'ਚ ਬਹੁਤ ਤਾਰੀਫ ਪਾ ਰਹੀ ਹੈ। ਸੋ ਦ ਫਸਟ ਥਿੰਗ ਜਿਹੜੀ ਮੈਂ ਆਪਣੇ ਲਾਈਫ 'ਚ ਅਪਲਾਈ ਕੀਤੀ ਸੀ ਉਹ ਸੀ ਦ ਪ੍ਰੈਕਟਿਸ ਆਫ ਗ੍ਰੈਟੀਟਿਊਡ। ਪ੍ਰੈਕਟਿਸ ਆਫ ਗ੍ਰੈਟੀਟਿਊਡ ਨਾਲ ਮੈਨੂੰ ਇੱਕ ਕਾਮਨੈਸ ਮਿਲੀ, ਇੱਕ ਸਰਟਨਟੀ ਮਿਲੀ ਕਿ ਮੈਂ ਅੱਗੇ ਵੱਧ ਸਕਦੀ ਹਾਂ, ਮੈਂ ਕਾਬਿਲ ਹਾਂ। ਦੂਜੀ ਚੀਜ਼ ਜਿਹੜੀ ਤੁਸੀਂ ਫਾਰਮੂਲੇ ਵਕਨ ਅਪਲਾਈ ਕਰ ਸਕਦੇ ਹੋ, ਅਮਲ ਕਰ ਸਕਦੇ ਹੋ, ਉਹ ਹੈਗੀ ਹੈ ਟੂ ਬਿਲੀਵ ਇਨ ਯੋਰਸੈਲਫ। ਕੋਈ ਦੁਨੀਆ 'ਚ ਕੋਈ ਬਿਲੀਵ ਕਰੇ ਨਾ ਕਰੇ, ਜੇ ਤੁਸੀਂ ਸ਼ਾਹਰੁਖ ਖਾਨ ਬਣਨਾ ਚਾਹੁੰਦੇ ਹੋ, ਆਪਣੇ ਆਪ ਨੂੰ ਇੱਕ ਵੱਡੇ ਜਿਹੇ ਬਿਲਬੋਰਡ 'ਤੇ ਸਕਸੈਸਫੁਲ ਸਟਾਰ ਵਾਂਗੂ ਵੇਖਣਾ ਚਾਹੁੰਦੇ ਹੋ, ਉਹਦੀ ਰਿਸਪੌਂਸਿਬਿਲਿਟੀ ਸਿਰਫ ਤੇ ਸਿਰਫ ਤੁਹਾਡੀ ਹੈ। ਤੁਸੀਂ ਹੀ ਆਪ ਆਪਣੇ ਆਪ ਨੂੰ ਸਟਾਰ ਬਣਾ ਸਕਦੇ ਹੋ, ਹੋਰ ਕੋਈ ਨਹੀਂ ਬਣਾ ਸਕਦਾ। ਹੋਰ ਕੋਈ ਤੁਹਾਨੂੰ ਇੱਕ ਸੁਪਨਾ ਦੇ ਵੀ ਦੇਵੇ, ਕੰਮ ਤੇ ਤੁਹਾਨੂੰ ਹੀ ਕਰਨਾ ਪੈਣਾ ਹੈ, ਐਫਰਟ ਤੇ ਤੁਹਾਨੂੰ ਹੀ ਕਰਨਾ ਪੈਣਾ ਹੈ, ਮਿਹਨਤ ਤੁਹਾਨੂੰ ਹੀ ਕਰਨੀ ਪੈਣੀ ਹੈ, ਹੋਰ ਕਿਸੇ ਦਾ ਕੰਮ ਨਹੀਂ ਹੈ, ਸਿਰਫ ਤੁਹਾਡਾ ਹੀ ਹੈ। ਜਿਵੇਂ ਰਣਵੀਰ ਸਿੰਘ ਦਾ ਕਿਰਦਾਰ ਕਹਿੰਦਾ ਹੈ ਗਲੀ ਬॉय ਵਿੱਚ, मैं नहीं बदलेगा अपना सपना अपनी सच्चाई के से मेल खाने के वास्ते, मैं बदलेगा अपनी सच्चाई अपने सपने से मेल खाने के वास्ते। ये सिख मैं अपनी लाइफ विच भी अडॉप्ट की है। साडे सर्कमस्टेंसिस कई वारी पिंजरा बन के रह जाते हैं, असी उन्हां नूं एक्सक्यूज़ बना लैंदे ने कि वी कांट फाइट एनी मोर, असी कुछ नहीं कर सकते क्योंकि लाइफ इहो जी हैगी है। लाइफ वो है जिहड़ा स्क्रिप्ट असी खुद लिखने आ अपनी लाइफ वास्ते, असी खुद जीने आ, खुद स्टार बनने आ, वो साडी लाइफ है। ये मैं अपनी लाइफ तो सीख लिती है, अपनी फाइट तो सीख लिती है, एंड यही मेरा डिटर्मिनेशन है कि मैं अगे भी यही करा और तुहाडे नाल फिर मुखातिब होवां। थैंक यू। इस वीडियो बारे अपनी राय कमेंट सैक्शन विच सानू दसो अते अपने मित्रां नाल यह वीडियो शेयर करना ना भुल्लिओ।